पिछले कुछ समय तो पंजाब दे विच पाकिस्तान के जरिए बॉर्डर के अक्रॉस बहुत सारिया ड्रोन्स आ रही ने, बहुत सारा असला आ रहा वा। ये सारा एक हाइप क्रिएट की गई है। एक तो पंजाब नूं बदनाम करने वास्ते, सिखां नूं बदनाम करने वास्ते। एडी टाइट सिक्योरिटी आ, सारी BSF चप्पे चप्पे के उत्ते लगी हुई आ, बॉर्डर सिक्योरिटी फोर्स। तो फिर ड्रोन्स कित्थों आ रही ने ये सारियां? फिर पंजाब का अधिकार कित्थे गया? पंजाब की पुलिस का अधिकार कित्थे गया? कैप्टन अमरिंदर सिंह साडे सत्कारयोग आगू ने, वो पिछले 3-4 साल तो लगातार ये गल कह रहे हैं कि ड्रोन्स आ गई, असला बड़ा इकट्ठा हो गया। अगर असला इकट्ठा होया 3-4 साल तो चलिया कित्थे है? कंकॉक्टेड एक बहुत वड्डे पद्धर दे उत्ते एक साजिश आ साडी स्टेट दी ऑटोनॉमी नूं तबाह करने वास्ते, और केंद्र सरकार इस दे उत्ते इनडायरेक्ट कंट्रोल करने वास्ते। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਟੋਕੀਓ 올림픽 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸ਼ਾਬਾਸ਼ੀ ਦਿੰਦਿਆਂ ਉਹਨਾਂ ਦੀ ਇੱਛਾ ਅਨੁਸਾਰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਜੋ ਬਣਨਾ ਚਾਹੁੰਦੇ ਹੋ ਵੀ ਆਰ ਵਿਦ ਯੂ, ਤੁਹਾਡੀ ਆਪਣੀ ਚੁਆਇਸ ਹੈ। ਤੁਸੀਂ PCS ਲੱਗਣਾ ਕਿ DSP ਲੱਗਣਾ, ਉਹ ਤੁਹਾਡੇ ਤੇ ਹੈ। ਇਹਨਾਂ ਦੇ ਨਾਮ ਤੇ ਇੱਕ ਪੰਜਾਬ ਦੇ ਵਿੱਚ 11 ਸਟੇਡੀਅਮ ਬਣੇ। ਇਸ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਿਡਾਰੀਆਂ ਦੇ ਨਾਮ ਤੇ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ। ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਤੁਹਾਡੀ ਆਪਣੀ ਪੰਜਾਬ ਸਰਕਾਰ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਵਾਂ ਜਿਹੜਾ ਬਹੁਤ ਵਿਵਾਦਿਤ ਮੁੱਦਾ ਵਾ। BSF ਨੇ ਜੋ 50 ਕਿਲੋਮੀਟਰ ਦਾ ਅਧਿਕਾਰ ਲੈ ਲਿਆ ਵਾ ਕੇਂਦਰ ਸਰਕਾਰ ਤੋਂ ਪੰਜਾਬ ਦੇ ਅੰਦਰ ਤੱਕ, ਔਰ ਉਸ ਦਾ ਇੱਕ ਆਧਾਰ ਬਣਾਇਆ ਗਿਆ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਜ਼ਰੀਏ ਬਾਰਡਰ ਦੇ ਅਕ੍ਰੋਸ बहुत सारिया ड्रोन्स आ रही ने, बहुत सारा असला आ रहा वा, और बहुत सारा असला इकट्ठा किया गया पंजाब दे विच ताकि पंजाब के हालात दोबारा खराब किए जाए। मैं कहना चाहना वा कि जे तुसी बिल्कुल निरपक्षता के नाल इस सारी गल नूं अच्छी तरह घोख करे पंजाब की सरकार या केंद्र सरकार भी, ये सारा एक हाइप क्रिएट की गई है। एक तो पंजाब नूं बदनाम करने वास्ते, सिखां नूं बदनाम करने वास्ते। एक हाइप का मतलब हैगा वा कि किसी तरीके नाल इनडायरैक्टली गवर्नमेंट ऑफ इंडिया जिहड़ा है वो पंजाब दे उत्ते सीधे तौर ते काबज हो सके। साडे होम डिपार्टमेंट नूं रिमोट कंट्रोल दे राही वो चलाउण, क्योंकि जिहड़ियां ड्रोन्स ने अगर वो आ रही ने पाकिस्तान दे बॉर्डर तो उत्ते, पहली गल तां इह आ जानी अच्छी तरह नाल सब नूं पता कि सारे बॉर्डर दे उत्ते बड़े वड्डे पद्धर ते फेंसिंग होई हुई है, ਉਹਦੀ ਇਲੈਕਟ੍ਰੀਫਿਕੇਸ਼ਨ ਹੋਈ ਹੋਈ ਆ। ਜਿਹੜਾ ਉਰਲੇ ਪਾਸੇ ਆਪਣੇ ਪੰਜਾਬ ਦੇ ਕਿਸਾਨ ਜਦੋਂ ਜਾਂਦੇ ਨੇ ਖੇਤੀ ਕਰਨ ਬਾਰਡਰ ਬੈਲਟ ਵਿੱਚ, ਤੇ ਉਹਨਾਂ ਦੀ ਟਾਈਮਿੰਗਸ ਤੈਅ ਕੀਤੀਆਂ ਹੋਈਆਂ। ਸ਼ਾਇਦ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੋਂ ਬਾਅਦ ਉੱਤੇ ਕੁਝ ਨਹੀਂ, ਚਿੜੀ ਵੀ ਨਹੀਂ ਫੜਕ ਸਕਦੀ। ਤੇ ਜਦ ਐਡੀ ਟਾਈਟ ਸਿਕਿਉਰਿਟੀ ਆ, ਸਾਰੀ BSF ਚੱਪੇ ਚੱਪੇ ਦੇ ਉੱਤੇ ਲੱਗੀ ਹੋਈ ਆ, ਬਾਰਡਰ ਸਿਕਿਉਰਿਟੀ ਫੋਰਸ, ਤੇ ਫਿਰ ਡਰੋਨਸ ਕਿੱਥੋਂ ਆ ਰਹੀਆਂ ਨੇ ਇਹ ਸਾਰੀਆਂ? ਇਹ ਮੇਰੇ ਹਿਸਾਬ ਦੇ ਨਾਲ ਪੰਜਾਬ ਦੀ ਕੁਝ ਸ਼ਰਾਰਤੀ ਅੰਸਰ ਇਸ ਤਰ੍ਹਾਂ ਦਾ ਦਿੱਲੀ ਦੇ ਹੱਥਾਂ ਵਿੱਚ ਖੇਡ ਕੇ ਇੱਕ ਅਰਸੇ ਤੋਂ ਰਿਪੋਰਟਸ ਤਿਆਰ ਕਰ ਰਿਹਾ ਕਿ ਬਹੁਤ ਅਸਲਾ ਆ ਗਿਆ ਡਰੋਨਸ ਦੇ ਰਾਹੀਂ, ਔਰ ਇਸ ਨੂੰ ਕਿਸੇ ਤਰੀਕੇ ਦੇ ਨਾਲ ਹੈਂਡਓਵਰ ਕੀਤਾ ਜਾਵੇ ਤਾਂ ਕਿ BSF ਜਿਹੜੀ ਆ ਉਹ ਹੁਣ 50 ਕਿਲੋਮੀਟਰ ਤੱਕ ਉਹਨੂੰ ਅਧਿਕਾਰ ਦਿੱਤੇ। ਪਹਿਲਾਂ 15 ਕਿਲੋਮੀਟਰ ਤੱਕ BSF ਨੂੰ ਅਧਿਕਾਰ ਸੀਗੇ ਬਾਰਡਰ ਤੋਂ, ਕਿ 15 ਕਿਲੋਮੀਟਰ ਤੱਕ ਉਹ ਸਰਚ ਕਰ ਸਕਦੇ ਆ, ਸੀਜ਼ ਕਰ ਸਕਦੇ ਆ, ਅਰੈਸਟ ਕਰ ਸਕਦੇ ਆ। ਤੇ ਉਹਨਾਂ ਨੂੰ ਹੁਣ 50 ਕਿਲੋਮੀਟਰ ਮਤਲਬ ਹੈ ਕਿ ਬਾਰਡਰ ਤੋਂ ਲੈ ਕੇ ਲਗਭਗ ਬਿਆਸ ਦਰਿਆ ਤੱਕ ਉਹ ਕਿਸੇ ਨੂੰ ਆਣ ਕੇ ਛਾਪਾਮਾਰੀ ਕਰ ਸਕਦੇ ਆ, ਸਰਚ ਕਰ ਸਕਦੇ ਆ, ਅਰੈਸਟ ਕਰ ਸਕਦੇ। ਤੇ ਫਿਰ ਪੰਜਾਬ ਦਾ ਅਧਿਕਾਰ ਕਿੱਥੇ ਗਿਆ? ਪੰਜਾਬ ਦੀ ਪੁਲਿਸ ਦਾ ਅਧਿਕਾਰ ਕਿੱਥੇ ਗਿਆ? ਇਹਦਾ ਮਤਲਬ ਸਾਡੀ ਜਿਹੜੀ ਹੋਮ ਡਿਪਾਰਟਮੈਂਟ ਆ ਤੇ ਪੰਜਾਬ ਸਰਕਾਰ ਉਹ ਡਿਫੰਕਟ ਹੋ ਜਾਏਗੀ, ਔਰ ਸਾਡਾ ਜਿਹੜੀ ਸਾਡੀ ਅਸਲ ਆਟੋਨੋਮੀ ਜਿਹੜੀ ਅਸੀਂ ਬਹੁਤ ਦੇਰ ਤੋਂ ਮੰਗ ਰਹੇ ਕਿ ਸਾਨੂੰ ਜ਼ਿਆਦਾ ਅਧਿਕਾਰ ਦਿੱਤੇ ਜਾਣ, ਤੇ ਉਹ ਸਾਡੇ ਅਧਿਕਾਰ ਹੋਰ ਖੋਣ ਦੇ ਚੱਕਰ ਵਿੱਚ ਇਸ ਤਰ੍ਹਾਂ ਦੀਆਂ ਰਿਪੋਰਟਸ ਤਿਆਰ ਕੀਤੀਆਂ। ਹੁਣ ਆਪਾਂ ਡਰੋਨਸ ਦੀ ਗੱਲ ਕਰੀਏ। ਡਰੋਨ ਕੋਈ ਛੋਟੀ ਮੋਟੀ ਚੀਜ਼ ਤਾਂ ਹੈ ਨਹੀਂ ਕਿ ਕਿਸੇ ਨੇ ਨੋਟਿਸ ਹੀ ਨਹੀਂ ਕੀਤੀ। ਅਕਸਰ ਜੇ ਡਰੋਨਸ ਆਉਣੀਆਂ ਅਕ੍ਰੋਸ ਦ ਬਾਰਡਰ, ਉਹਦੇ ਦੋ ਤਰੀਕੇ ਨੇ। ਇੱਕ ਤਾਂ ਜਾਂ ਉਹਨੂੰ ਗਰਾਊਂਡ ਹੈਂਡਲਰਸ ਚਲਾਉਣ, ਆਪਰੇਟ ਕਰਨ ਰਿਮੋਟ ਦੇ ਰਾਹੀਂ ਥੱਲਿਓਂ ਬਾਰਡਰ ਦੇ ਪਰਲੇ ਪਾਸੇ ਬੈਠੇ ਹੋਣ, ਤੇ ਉਹ ਡਰੋਨ ਨੂੰ ਉੱਥੋਂ ਉਡਾਉਣ ਤੇ ਬਾਰਡਰ ਦੇ ਉੱਤੋਂ ਦੀ ਫੈਂਸ ਦੇ ਉੱਤੋਂ ਦੀ ਲਿਆ ਕੇ ਇੱਥੇ ਅਸਲਾ ਸੁੱਟਣ। ਅਕਸਰ ਉਸ ਡਰੋਨ ਦੀ ਕੋਈ ਕੈਪੈਸਿਟੀ ਹੋਊਗੀ ਤੇ ਕਿੰਨੇ ਰੇਂਜ ਤੱਕ ਜਾ ਸਕਦੀ ਹੈ, ਕਿੰਨਾ ਵਜ਼ਨ ਕੈਰੀ ਕਰ ਸਕਦੀ ਹੈ, ਕਿੰਨੀ ਉਹਦੀ ਆਵਾਜ਼ ਆਉਂਦੀ। ਆਪਾਂ ਸ਼ਾਦੀਆਂ ਤੇ ਜਿਹੜੇ ਡਰੋਨਸ ਦੇਖਦੇ, ਜਿਹੜੇ ਆਪਣੇ ਓਵਰਹੈਡ ਫੰਕਸ਼ਨਸ ਨੂੰ ਕਵਰ ਕਰਦੇ ਆ, ਉਹਦੀ ਕਾਫੀ ਆਵਾਜ਼ ਹੁੰਦੀ ਆ, ਔਰ ਉਹਦੀ ਹਵਾ ਵੀ ਕਾਫੀ ਥੱਲੇ ਤੱਕ ਸ਼ੋਰ ਮਚਾਉਂਦੀ ਆ। ਤੇ ਦੂਸਰਾ ਤਰੀਕਾ ਹੈਗਾ ਟੈਕਨੋਲੋਜੀ ਆ, that if the drones are controlled via satellites, और ਜਿਹੜੀਆਂ ਸੈਟੇਲਾਈਟਸ ਹੈ ਸਾਰੀਆਂ
ਇਹ ਕਿਸੇ ਦੀ ਇਹ ਤਾਂ ਹੈ ਨਹੀਂ ਕਿਸੇ ਪ੍ਰਾਈਵੇਟ ਸਮਗਲਰ ਨੇ ਸੈਟੇਲਾਈਟ ਲਾਈ ਹੋਈ ਆ, ਕਿਸੇ ਛੋਟੇ-ਮੋਟੇ ਬੰਦੇ ਨੇ ਆਪਣੀ ਸੈਟੇਲਾਈਟ ਛੱਡੀ ਹੋਈ ਆ ਆਕਾਸ਼ ਦੇ ਵਿੱਚ। ਸੈਟੇਲਾਈਟ ਸਾਰੀਆਂ ਸਰਕਾਰਾਂ ਦੇ ਟਾਈਟਲੀ ਕੰਟਰੋਲਡ ਹੈ, ਇੱਕ ਐਕਟੀਵਿਟੀ ਉਹਨਾਂ ਦੀ ਮੋਨੀਟਰ ਹੁੰਦੀ ਆ। ਇਸ ਲਈ ਸਾਡਾ ਇਹ ਮੰਨਣਾ ਵਾ ਕਿ ਇਹ ਸਾਰਾ ਇੱਕ ਪ੍ਰੋਪੇਗੈਂਡਾ ਕ੍ਰੀਏਟ ਕੀਤਾ ਗਿਆ ਵਾ ਜਾਣ-ਬੁੱਝ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਲਈ, ਸਿੱਖਾਂ ਨੂੰ ਬਦਨਾਮ ਕਰਨ ਲਈ, ਲੇਬਲ ਕਰਨ ਲਈ ਕਿ ਇਹ ਟੈਰਰਿਸਟ ਨੇ। ਔਰ ਤੀਸਰਾ ਮਕਸਦ ਹੈਗਾ ਕਿ ਕਿਸੇ ਤਰੀਕੇ ਨਾਲ ਪੰਜਾਬ ਦੇ ਉੱਤੇ ਇਨਡਾਇਰੈਕਟਲੀ ਸਾਰੀ ਸਟੇਟ ਨੂੰ ਆਪ ਕੰਟਰੋਲ ਕੀਤਾ ਜਾਵੇ। ਹੁਣ ਇਹਦੇ ਵਿੱਚ ਜਿਹੜੇ ਮੋਹਰੇ ਬਣੇ ਨੇ, ਅਨਫੋਰਚੂਨੇਟਲੀ ਮੈਨੂੰ ਕਹਿਣਾ ਪੈ ਰਿਹਾ ਵਾ, ਕੈਪਟਨ ਅਮਰਿੰਦਰ ਸਿੰਘ ਸਾਡੇ ਸਤਿਕਾਰਯੋਗ ਆਗੂ ਨੇ, ਉਹ ਪਿਛਲੇ 3-4 ਸਾਲ ਤੋਂ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਡਰੋਨਸ ਆ ਗਈਆਂ, ਅਸਲਾ ਬੜਾ ਇਕੱਠਾ ਹੋ ਗਿਆ। ਅਗਰ ਅਸਲਾ ਇਕੱਠਾ ਹੋਇਆ 3-4 ਸਾਲ ਤੋਂ, ਤੇ ਚੱਲਿਆ ਕਿੱਥੇ ਆ? ਉਹ ਕਿੱਥੇ ਗਿਆ ਅਸਲਾ ਸਾਰਾ ਜਿਹੜਾ ਪੰਜਾਬ ਕਹਿ ਰਿਹਾ ਪੁਲਿਸ ਕੇ ਇਕੱਠਾ ਹੋ ਰਿਹਾ ਵਾ? ਔਰ ਜਿਹੜੀਆਂ ਇਹਨਾਂ ਨੇ ਡਰੋਨਸ ਸੀਜ਼ ਕੀਤੀਆਂ, ਇਹਨਾਂ ਨੇ ਕਦੀ ਨਹੀਂ ਦੱਸਿਆ ਲੋਕਾਂ ਨੂੰ ਪਬਲਿਕਲੀ, ਕਿਤੇ ਮੀਡੀਆ ਦੇ ਸਾਹਮਣੇ ਕਿਤੇ ਪ੍ਰੈਜੈਂਟੇਸ਼ਨ ਨਹੀਂ ਦਿੱਤੀ ਕਿ ਆਹ ਡਰੋਨਸ ਨੇ। ਇਹਨਾਂ ਡਰੋਨਸ ਦੀ ਕੈਪੈਸਿਟੀ ਆ ਕਿ ਇੰਨੀਆਂ ਉੱਚੀ ਉੱਡ ਸਕਦੀ ਆ, 1 ਕਿਲੋਮੀਟਰ ਵਰਟੀਕਲ ਜਾ ਸਕਦੀ ਆ, ਤੇ ਇਹ 5-7-10 ਕਿਲੋਮੀਟਰ ਜਿੰਨਾ ਵੀ ਕਹਿਣਾ ਚਾਹੁੰਦੇ ਵਰਟੀਕਲ, ਇਹਦੀ ਟਰੈਵਲਿੰਗ ਲਿਮਿਟ ਕਿੰਨੀ ਆ? ਇਹ ਤਾਂ ਹੈ ਨਹੀਂ ਕਿ ਇੱਕ ਡਰੋਨ ਰਿਮੋਟ ਨਾਲ ਬੰਦਾ ਚਲਾ ਰਿਹਾ ਤੇ ਉਹ 500 ਕਿਲੋਮੀਟਰ ਤੱਕ ਜਾ ਸਕਦੀ ਆ, 100 ਕਿਲੋਮੀਟਰ ਤੱਕ ਜਾ ਸਕਦੀ ਆ। ਇਸ ਲਈ ਇਹ ਸਾਰਾ ਇੱਕ ਕੰਕੋਕਟਡ, ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਸਾਜ਼ਿਸ਼ ਆ ਸਾਡੀ ਸਟੇਟ ਦੀ ਆਟੋਨੋਮੀ ਨੂੰ ਤਬਾਹ ਕਰਨ ਵਾਸਤੇ, ਔਰ ਕੇਂਦਰ ਸਰਕਾਰ ਇਸ ਦੇ ਉੱਤੇ ਇਨਡਾਇਰੈਕਟ ਕੰਟਰੋਲ ਕਰਨ ਵਾਸਤੇ ਇਹ ਸਾਰਾ ਇੱਕ ਸਾਜ਼ਿਸ਼ ਰਚੀ ਜਾ ਰਹੀ ਆ। ਔਰ ਉਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਜਿਹੜੇ ਨੇ ਇਸ ਨੂੰ ਪ੍ਰੋਪੇਗੇਟ ਕਰ ਰਹੇ ਨੇ। ਹੁਣ ਸਰਕਾਰ ਦਾ ਇਹ ਫਰਜ਼ ਬਣਦਾ ਵਾ ਕਿ ਇੱਕ ਪਬਲਿਕ ਡੈਮੋਨਸਟ੍ਰੇਸ਼ਨ ਕਰੇ, ਜਿਹੜੀਆਂ ਡਰੋਨ ਸੀਜ਼ ਕੀਤੀਆਂ ਉਹ ਸਾਰੀਆਂ ਕਢਾਵੇ, ਉਹਨਾਂ ਦੀ ਕੈਪੈਸਿਟੀ ਚੈੱਕ ਕਰੇ ਟੈਕਨੋਲੋਜੀ ਵਾਈਜ਼, ਉਹਨਾਂ ਦਾ ਕਿੰਨੀ ਸਟਰੈਂਥ ਹੈਗੀ ਆ, ਕਿੰਨਾ ਟਰੈਵਲ ਕਰ ਸਕਦੇ ਆ, ਕਿੰਨਾ ਵਜ਼ਨ ਕੈਰੀ ਕਰ ਸਕਦੇ ਆ। ਅਗਰ ਇਸ ਤਰ੍ਹਾਂ ਨਾਲ ਕਰਕੇ ਔਰ ਮੀਡੀਆ ਨੂੰ ਸੱਦਿਆ ਜਾਵੇ ਤੇ ਮੀਡੀਆ ਦੇ ਸਾਹਮਣੇ ਇਹਦੀ ਇੱਕ ਪੂਰੀ ਡੈਮੋਨਸਟ੍ਰੇਸ਼ਨ ਕੀਤੀ ਜਾਵੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ। ਔਰ ਮੈਨੂੰ ਯਾਦ ਹੈ ਅੱਛੀ ਤਰ੍ਹਾਂ ਇੰਡੀਅਨ ਐਕਸਪ੍ਰੈਸ ਦੇ ਮੇਰੇ ਅਜ਼ੀਜ਼ ਦੋਸਤ ਨੇ ਅਮਨ ਸਿੰਘ ਛੀਨਾ, ਇੰਡੀਅਨ ਐਕਸਪ੍ਰੈਸ ਨੇ ਕਾਫੀ ਵੱਡੀ ਤਹਿਕੀਕਾਤ ਕੀਤੀ ਜਦੋਂ ਬਾਰਡਰ ਦੇ ਲਾਗੇ ਕੋਈ ਡਰੋਨ ਸੁੱਟਦਾ ਡਿੱਗਦੀ ਸੀਗੀ। ਇਹਨਾਂ ਨੇ ਮੌਕੇ ਤੇ ਜਾ ਕੇ ਕਿਹਾ, ਪਿੰਡਾਂ ਨੇ, ਲੋਕਾਂ ਨੇ, ਸਰਪੰਚਾਂ ਨੇ ਗਵਾਹੀਆਂ ਦਿੱਤੀਆਂ ਉੱਥੇ ਇੰਡੀਅਨ ਐਕਸਪ੍ਰੈਸ ਦੀ ਟੀਮ ਨੂੰ ਕਿ ਇੱਥੇ ਅਸੀਂ ਕੋਈ ਡਰੋਨ ਦੇਖੀ ਨਹੀਂ ਗਈ, ਕੋਈ ਆਵਾਜ਼ ਹੀ ਨਹੀਂ ਆਈ, ਕਿਤੇ ਸਾਨੂੰ ਡਿੱਗਦੀ ਨਹੀਂ ਨਜ਼ਰ ਆਈ, ਕੋਈ ਬੰਦਾ ਅਸਲਾ ਚੱਕਦਾ ਨਹੀਂ ਨਜ਼ਰ ਆਇਆ। ਇਹ ਸਾਰਾ ਤੇ ਸਾਰਾ ਜਾਣ ਬੁੱਝ ਕੇ ਇੱਕ ਪ੍ਰੋਪੇਗੈਂਡਾ ਕ੍ਰੀਏਟ ਕੀਤਾ ਗਿਆ ਪੰਜਾਬ ਨੂੰ ਹੜਪਣ ਵਾਸਤੇ। ਔਰ ਨਾਲ ਮੈਂ ਕਹਿਣਾ ਚਾਹੁੰਦਾ ਕਿ ਫਰਜ਼ ਕਰੋ 1 ਮਿੰਟ ਵਾਸਤੇ ਕੋਈ ਡਰੋਨਸ ਅਕ੍ਰੋਸ ਦ ਬਾਰਡਰ ਆ ਰਹੀਆਂ, ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਲਿਖ ਕੇ ਪੁੱਛੇ ਕਿ ਇਹ ਦੱਸੋ ਤੁਸੀਂ ਕਿ ਕੀ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਾਇਲੇਟਰਲ ਟਾਕਸ ਵਿੱਚ ਪਾਕਿਸਤਾਨ ਨਾਲ ਕਦੀ ਡਰੋਨਸ ਦੀ ਕੰਪਲੇਂਟ ਕੀਤੀ ਹੈ ਕਿ ਬਾਰਡਰ ਤੋਂ ਕਿੰਨੀਆਂ ਡਰੋਨਸ ਆ ਚੁੱਕੀਆਂ ਤੁਹਾਡੇ ਕੋਲ? ਅਗਰ ਤੁਸੀਂ ਕਹਿ ਰਹੇ ਹੋ ਕਿ ਪਿਛਲੇ 3-4 ਸਾਲ ਤੋਂ ਲੈਟਸ ਪ੍ਰਜ਼ੂਮ ਅਸੀਂ 100 ਡਰੋਨ ਸੀਜ਼ ਕੀਤੀ ਆ, ਕੀ ਕੇਂਦਰ ਸਰਕਾਰ ਨੇ ਕਦੀ ਲਿਖਤੀ ਤੌਰ ਤੇ ਪਾਕਿਸਤਾਨ ਨੂੰ ਪੁੱਛਿਆ ਵਾ ਕਿ 100 ਡਰੋਨ ਦਾ ਸਾਨੂੰ ਵੇਰਵਾ ਦਿੱਤਾ ਜਾਵੇ, ਜਾਂ ਸ਼ਿਕਾਇਤ ਲੌਂਚ ਕੀਤੀ ਆ ਕਿ ਪਾਕਿਸਤਾਨ ਨਾਲ ਕਿ ਤੁਸੀਂ ਇਹ ਡਰੋਨਸ ਭੇਜ ਰਹੇ ਹੋ? ਮੇਰਾ ਇਹ ਦੁਬਾਰਾ ਇਹ ਕਹਿਣਾ ਵਾ ਕਿ ਅੱਜ ਪੰਜਾਬ ਬਿਲਕੁਲ ਪੀਸਫੁਲ ਸਟੇਟ ਹੈ, ਪੰਜਾਬ ਤੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਮੰਡਲਾ ਨਹੀਂ ਰਿਹਾ। ਹਾਂ, ਇਹ ਜ਼ਰੂਰ ਹੈ ਕਿ ਲੋਕ ਫਰਸਟ੍ਰੇਟਡ ਨੇ, ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਬੇਚੈਨੀ ਜ਼ਰੂਰ ਹੈਗੀ, ਲੇਕਿਨ ਇਸ ਮੁਕਾਮ ਤੱਕ ਬੇਚੈਨੀ ਨਹੀਂ ਕਿ ਉਹ ਹਥਿਆਰ ਚੱਕ ਕੇ ਵਾਇਲੈਂਸ ਵਿੱਚ ਇੰਡਲਜ ਕਰਨ। ਇਸ ਲਈ ਇਹ ਸਾਰਾ ਜਿਹੜਾ ਹੈਗਾ ਇਹ ਇੱਕ ਪੂਰੀ ਕਨਸਪੀਰੇਸੀ ਦੇ ਤਹਿਤ, ਇੱਕ ਸਾਜ਼ਿਸ਼ ਦੇ ਤਹਿਤ ਇੱਕ ਜਾਲ ਬੁਣਿਆ ਜਾ ਰਿਹਾ ਵਾ ਕਿ ਕਿਸੇ ਤਰੀਕੇ ਨਾਲ ਡਰੋਨਸ ਦਾ ਸ਼ੋਰ ਮਚਾਓ, ਅਸਲੇ ਦਾ ਸ਼ੋਰ ਮਚਾਓ, ਤਾਂ ਕਿ ਪੰਜਾਬ ਦੇ ਉੱਤੇ ਇਨਡਾਇਰੈਕਟ ਗਵਰਨਮੈਂਟ ਆਫ ਇੰਡੀਆ ਦਾ ਕੰਟਰੋਲ ਕੀਤਾ ਜਾਵੇ, ਪੰਜਾਬ ਦੀ ਆਟੋਨਮੀ ਦੇ ਨੂੰ ਹੋਰ ਕੱਟਿਆ ਜਾਵੇ। ਇਹ ਸਾਰਾ ਮਸਲਾ ਮੈਂ ਸਮਝਦਾ ਕਿ ਜਿਹੜਾ ਹੈ ਅਸਲੀਅਤ ਜਿਹੜੀ ਹੈਗੀ ਹੈ। ਇਸ ਲਈ ਮੈਂ ਸਾਰੇ ਸਮੂਹ ਸਤਿਕਾਰਯੋਗ ਪੰਜਾਬ ਦੇ ਲੋਕਾਂ ਨੂੰ, ਹਰ ਵਰਗ ਦੇ ਲੋਕਾਂ ਨੂੰ, ਜਿੱਥੇ ਆਪਾਂ ਕਹਿੰਦੇ ਕਿ ਅਸੀਂ ਪੀਸ ਮੇਨਟੇਨ ਤਾਂ ਕਰ ਹੀ ਰਹੇ ਹਾਂ, ਨਾਲ ਜਿਹੜੀਆਂ ਇਹ ਏਜੰਸੀਜ਼ ਜਿਹੜੀਆਂ ਇਹ ਇੱਕ ਸਪਰੈਡ ਕਰ ਰਹੀਆਂ, ਇੱਕ ਜਿਹੜਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ, ਉਹਨਾਂ ਨੂੰ ਬੰਦ ਕਰਨਾ ਚਾਹੀਦਾ। ਪੰਜਾਬ ਦੇ ਲੋਕ ਤਾਂ ਹਮੇਸ਼ਾ ਸਭ ਤੋਂ ਮੋਹਰੇ ਹੋ ਕੇ ਜਾਨਾਂ ਗਵਾ ਰਹੇ ਨੇ। ਆ ਪਿਛਲੇ ਦਿਨੀ 5 ਵਿਅਕਤੀ ਮਾਰੇ ਗਏ ਜਵਾਨ ਜੰਮੂ ਕਸ਼ਮੀਰ ਵਿੱਚ ਐਨਕਾਊਂਟਰ 'ਚ, ਉਹਨਾਂ 5 ਚੋਂ 3 ਤਾਂ ਇਕੱਲੇ ਪੰਜਾਬ ਦੇ ਸੀਗੇ। ਇੱਕ ਤਾਂ ਮੇਰੇ ਹਲਕੇ ਦਾ ਸਾਹਮਣੇ ਪਿੰਡ ਆ ਮਾਨਾ ਤਲਵੰਡੀ, ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਉਸਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਆ ਪਿੱਛੇ ਚਾਈਨਾ ਦੇ ਨਾਲ ਇੰਟਰੂਜਨ ਤੇ ਝਗੜਾ ਹੋਇਆ ਸੀਗਾ, ਲਗਭਗ 20 ਜਵਾਨ ਮਾਰੇ ਗਏ ਸੀ ਚਾਈਨੀਜ਼, ਉਸ ਆਪਸ 'ਚ ਜਿਹੜਾ ਉਹਨਾਂ ਦਾ ਲੜਾਈ ਹੋਈ ਆ। ਉਹਨਾਂ 20 ਚੋਂ 5 ਇਕੱਲੇ ਪੰਜਾਬ ਦੇ ਸੀਗੇ। ਮਤਲਬ ਸਾਡਾ ਰਕਬਾ ਤਾਂ ਸਿਰਫ 2% ਹੈ, ਆਬਾਦੀ ਵੀ ਸਿਰਫ 2% ਹੈ, ਲੇਕਿਨ ਅਸੀਂ ਕੰਟਰੀਬਿਊਟ ਕਰਦੇ ਹਾਂ 25%। ਕੇਂਦਰ ਸਰਕਾਰ ਨੂੰ ਇਹ ਚਾਹੀਦਾ ਵਾ ਕਿ ਬਜਾਏ ਇਸ ਤਰ੍ਹਾਂ ਦਾ ਸਾਜ਼ਿਸ਼ਾਂ ਬਣਾਉਣਾ, ਪੰਜਾਬ ਨੂੰ ਕਮਜ਼ੋਰ ਕਰਨਾ, ਪੰਜਾਬ ਦੇ
ਰਕਬੇ ਨੂੰ ਹੋਰ 50 ਕਿਲੋਮੀਟਰ ਤੱਕ ਅੰਦਰ BSF ਨੂੰ ਲੈ ਕੇ ਆਉਣਾ ਚਾਹੀਦਾ। ਤਾਂ ਉਹਨਾਂ ਨੂੰ ਇਹ ਆ ਕਿ ਸਾਡੇ ਕਿਸਾਨਾਂ ਦੇ ਜਿਹੜੇ 3 ਕਾਲੇ ਕਾਨੂੰਨ ਬਣਾਏ ਨੇ, ਕਿਉਂਕਿ ਇਹਨਾਂ ਦੇ ਬੱਚੇ ਹੀ ਉੱਥੇ ਰਖਵਾਲੀ ਕਰ ਰਹੇ ਨੇ ਬਾਰਡਰਾਂ ਦੇ ਉੱਤੇ, ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਇੱਕ ਵੱਡਾ ਪੈਕੇਜ ਦੇ ਕੇ ਉਹਨਾਂ ਦਾ ਕਰਜ਼ਾ ਜਿਹੜਾ ਇੱਕ ਵਾਰ ਮਾਫ ਕੀਤਾ ਜਾਵੇ। ਜੇ ਤੁਸੀਂ ਕਾਰਪੋਰੇਟਸ ਦਾ ਕਰਜ਼ਾ ਮਾਫ ਕਰ ਸਕਦੇ ਹੋ, ਇੱਕ ਬਜਟ ਵਿੱਚ 10-10 ਲੱਖ ਕਰੋੜ ਰੁਪਇਆ ਚੰਦ ਘਰਾਣਿਆਂ ਦਾ ਮਾਫ ਕਰ ਸਕਦੇ ਤੇ ਇਹਨਾਂ ਦਾ ਮਾਫ ਕੀਤਾ ਜਾਵੇ। ਇਸ ਨਾਲ ਲੌਂਗ ਇੰਡਿਊਰਿੰਗ ਪੀਸ ਪੰਜਾਬ ਦੇ ਵਿੱਚ ਰਵੇਗਾ। ਇਸ ਕਰਕੇ ਜਿਹੜਾ ਇਹ ਪ੍ਰੋਪੇਗੈਂਡਾ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ। ਔਰ ਲੋਕਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਤੁਸੀਂ ਇਸ ਜਿਹੜਾ ਇਹ ਇੱਕ ਫੇਕ ਪ੍ਰੋਪੇਗੈਂਡਾ ਕ੍ਰੀਏਟ ਕੀਤਾ ਜਾ ਰਿਹਾ ਇਹਦੇ ਸ਼ਿਕਾਰ ਨਹੀਂ ਹੋਣਾ। ਔਰ ਸਾਰੀ ਗੱਲ ਨੂੰ ਅੱਛੀ ਤਰ੍ਹਾਂ ਸੋਚਣ ਸਮਝਣ ਤੋਂ ਬਾਅਦ ਜਿਹੜਾ ਹੈਗਾ ਵਾ ਫਿਰ ਕਿਸੇ ਗੱਲ ਦੇ ਉੱਤੇ ਨਿਰਣੇ ਤੇ ਪਹੁੰਚਣਾ ਚਾਹੀਦਾ। ਔਰ ਜਿਹੜੇ ਪੰਜਾਬ ਦੇ ਲੀਡਰਸ ਕੋਈ ਵੀ ਚਾਹੇ ਉਹ ਦਿੱਲੀ ਦੇ ਹੱਥ ਠੁੱਕੇ ਨਾ ਬਣੋ ਔਰ ਆਪਣੀ ਹੀ ਸਟੇਟ ਨੂੰ ਕਮਜ਼ੋਰ ਕਰਕੇ ਆਪਣੀ ਹੀ ਸਟੇਟ ਦਾ ਬਹੁਤ ਸਾਰਾ ਹਿੱਸਾ ਤੁਸੀਂ ਜਿਹੜਾ BSF ਨੂੰ ਜਾਂ ਗਵਰਨਮੈਂਟ ਆਫ ਇੰਡੀਆ ਦੇ ਅਧਿਕਾਰ ਖੇਤਰ ਦੇ ਵਿੱਚ ਅੱਗੇ ਨਾ ਲੈ ਕੇ ਆਓ। ਮੈਂ ਤਾਂ ਸਮਝਦਾ ਵਾਂ ਕਿ ਜੇ ਅਗਰ ਕੋਈ ਵਾਕਈ ਕੁਝ ਆ ਰਿਹਾ ਵਾ ਕ੍ਰਾਸ ਦ ਬਾਰਡਰ, ਵੈਸੇ ਤਾਂ ਆ ਨਹੀਂ ਸਕਦਾ, ਸੁਖਾਲਾ ਨਹੀਂਗਾ, ਪਰ ਅਗਰ ਕੋਈ ਆ ਰਿਹਾ ਇਹਦਾ ਮਤਲਬ ਤੁਹਾਡੀ BSF ਜਿਹੜੀ ਆ ਉਹ ਇਨਕੰਪੀਟੈਂਟ ਹੈ। ਬਾਰਡਰ ਦੀ ਸਿਕਿਉਰਿਟੀ ਫੋਰਸ ਉਹ ਫੇਲ ਹੋ ਗਈ ਹੈ, ਕਿਉਂਕਿ ਉਹਨਾਂ ਨੂੰ ਤੁਸੀਂ 15 ਕਿਲੋਮੀਟਰ ਦਾ ਰਕਬਾ ਤਾਂ ਬਾਰਡਰ ਤੋਂ ਅੰਦਰਲੇ ਪਾਸੇ ਪੰਜਾਬ ਵੱਲ ਨੂੰ ਆਲਰੇਡੀ ਦਿੱਤਾ ਹੋਇਆ ਵਾ। ਤੇ ਜਿਹੜੀ ਫੋਰਸ ਇਨਕੰਪੀਟੈਂਟ ਆ, ਫੇਲ ਹੋ ਰਹੀ ਆ ਕਿਸੇ ਤਰ੍ਹਾਂ ਦੀ ਟਰਾਂਸਪੋਰਟ ਸਮਗਲਿੰਗ ਨੂੰ ਰੋਕਣ ਵਿੱਚ, ਤੁਸੀਂ ਉਹਨਾਂ ਨੂੰ 15 ਦੀ ਬਜਾਏ 50 ਕਿਲੋਮੀਟਰ ਪੰਜਾਬ ਦਾ ਹੋਰ ਰਕਬਾ ਹੈਂਡਓਵਰ ਕਰ ਰਹੇ ਆ। ਇਸ ਲਈ ਇਹ ਸਾਰੀ ਗੱਲ ਐਂਟੀ ਪੰਜਾਬ ਇੱਕ ਜਿਹੜਾ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਬੰਦ ਹੋਣਾ ਚਾਹੀਦਾ। ਔਰ ਮੈਂ ਉਮੀਦ ਕਰਦਾ ਕਿ ਸਾਡੀ ਪੰਜਾਬ ਦੇ ਜਿਹੜੇ ਸਰਕਾਰ ਹੈ ਉਹ ਇਸ ਨੂੰ ਬਹੁਤ ਮਜ਼ਬੂਤੀ ਦੇ ਨਾਲ ਕੇਂਦਰ ਸਰਕਾਰ ਨਾਲ ਚੱਕੇਗੀ, ਇਸ ਨੂੰ ਟੁੱਥ ਐਂਡ ਨੇਲ ਅਪੋਜ਼ ਕਰੇਗੀ। ਔਰ ਇਹ ਜਿਹੜਾ ਫੈਸਲਾ ਹੈ 50 ਕਿਲੋਮੀਟਰ BSF ਨੂੰ ਦੇਣ ਦਾ, ਇਹ ਕੇਂਦਰ ਸਰਕਾਰ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ। ਇਹ ਮੇਰਾ ਅੱਜ ਦਾ ਵਿਸ਼ੇ ਸੀਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।